ਸਾਡੇ ਪੰਜਾਬ ਵਿੱਚ ਗਾਇਕ ਅਤੇ ਕਲਾਕਾਰ ਅਕਸਰ ਚਰਚਾ ਵਿੱਚ ਰਹਿੰਦੇ ਨੇ ਅਤੇ ਬਹੁਤੀ ਵਾਰੀ ਵਾਦ ਵਿਵਾਦ ਕਰਕੇ ਵੀ ਚਰਚਾ ਵਿੱਚ ਆਉਂਦੇ ਨੇ। ਪਿਛਲੇ ਦਿਨੀ ਗੁਰਦਾਸ ਮਾਨ ਸੰਬੰਧੀ ਜੋ ਵਿਵਾਦ ਖੜਾ ਹੋਇਆ ਉਹਦੇ ਬਾਰੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ। ਸੋ ਗੁਰਦਾਸ ਮਾਨ ਵਾਲੇ ਇਸ ਤਾਜ਼ਾ ਵਿਵਾਦ ਦੇ ਸੰਦਰਭ ਵਿੱਚ ਅੱਜ ਦੇ ਐਪੀਸੋਡ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵੱਡੇ ਗਾਇਕ ਅਜਿਹੇ ਵਾਦ ਵਿਵਾਦ ਕਿਉਂ ਖੜੇ ਕਰਦੇ ਨੇ, ਇਹਨਾਂ ਦੇ ਪਿੱਛੇ ਕੀ ਸੋਚ ਅਤੇ ਕੀ ਕਾਰਨ ਹੁੰਦੇ ਨੇ, ਅਤੇ ਨਾਲ ਦੀ ਨਾਲ ਇਹੋ ਜਿਹੇ ਗਾਇਕਾਂ ਤੇ ਕਲਾਕਾਰਾਂ ਦੀ ਅੱਜ ਦੇ ਐਪੀਸੋਡ ਵਿੱਚ ਤੁਹਾਨੂੰ ਪੂਰੀ ਅਸਲੀਅਤ ਖੋਲ੍ਹ ਕੇ ਦੱਸਾਂਗੇ। ਸੋ ਜ਼ਰੂਰ ਧਿਆਨ ਨਾਲ ਅੰਤ ਤੱਕ ਗੌਰ ਨਾਲ ਵੇਖਿਓ ਅੱਜ ਦਾ ਇਹ ਐਪੀਸੋਡ। ਗਾਇਕਾਂ ਤੇ ਕਲਾਕਾਰਾਂ ਦੀ ਅਸਲੀਅਤ ਦੱਸਣ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਵਿੱਚ ਰੱਖੀਏ ਕਿ ਵੈਸੇ ਤਾਂ ਸਾਰੇ ਗਾਇਕ ਅਤੇ ਲਗਭਗ ਸਾਰੇ ਕਲਾਕਾਰ ਹੀ ਚਰਚਾ ਵਿੱਚ ਰਹਿਣਾ ਪਸੰਦ ਕਰਦੇ ਆ। ਚਰਚਾ ਭਾਵੇਂ ਹਾਂ ਪੱਖੀ ਹੋਵੇ ਜਾਂ ਨਾ ਪੱਖੀ, ਇਹਨਾਂ ਨੂੰ ਚਰਚਾ ਚਾਹੀਦੀ ਹੁੰਦੀ ਹੈ, ਭਾਵੇਂ ਉਹ ਕਿਸੇ ਵਿਵਾਦ ਰਾਹੀਂ ਹੀ ਆਵੇ। ਪੰਜਾਬੀ ਦੇ ਦੋ ਵੱਡੇ ਕਹਿੰਦੇ ਕਹਾਉਂਦੇ ਗਾਇਕ ਇਸ ਮਾਮਲੇ ਵਿੱਚ ਕਾਫੀ ਮੂਹਰੇ ਲੱਗਦੇ ਨੇ। ਦੋਨਾਂ ਦੀ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ। ਹਾਲਾਂਕਿ ਦੋਨਾਂ ਦੀ ਗਾਉਣ ਸ਼ੈਲੀ, ਗਾਉਣ ਦਾ ਤਰੀਕਾ ਤੇ ਬਹੁਤ ਅਲੱਗ ਹੁੰਦਾ, ਪਰ ਫਿਰ ਵੀ ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਆ, ਇੱਕ ਚੀਜ਼ ਸਾਂਝੀ ਆ ਕਿ ਦੋਨੋਂ ਅਕਸਰ ਵਿਵਾਦ ਖੜੇ ਕਰਦੇ ਰਹੇ ਨੇ ਪਿਛਲੇ ਕੁਝ ਸਾਲਾਂ ਦੌਰਾਨ। ਇੱਕ ਤਾਂ ਨੇ ਗੁਰਦਾਸ ਮਾਨ ਅਤੇ ਦੂਜੇ ਨੇ ਸਿੱਧੂ ਮੂਸੇਵਾਲਾ। ਗੁਰਦਾਸ ਮਾਨ ਦੇ ਵਿਵਾਦ ਬਾਰੇ ਤੁਸੀਂ ਅਖਬਾਰਾਂ ਵਿੱਚ, ਖਬਰਾਂ ਵਿੱਚ, ਟੀਵੀ ਮੀਡੀਆ ਰਾਹੀਂ ਵੇਖਿਆ ਹੋਣਾ ਕਿ ਕਿਵੇਂ ਨਕੋਦਰ ਦੇ ਇੱਕ ਡੇਰੇ ਉੱਤੇ ਪੇਸ਼ਕਾਰੀ ਦਿੰਦਿਆਂ ਉਹਨਾਂ ਇੱਕ ਵਿਵਾਦਿਤ ਬਿਆਨ ਦੇ ਦਿੱਤਾ। ਪਤਾ ਨਹੀਂ ਕਿਹੜੀ ਮਸਤੀ ਜਾਂ ਕਿਸੇ ਲੋਰ ਦੇ ਵਿੱਚ ਆ ਕੇ ਉਹਨਾਂ ਨੇ ਅਜਿਹਾ ਬਿਆਨ ਦੇ ਦਿੱਤਾ, ਜਿਹੋ ਜਿਹਾ ਬਿਆਨ ਉਹਨਾਂ ਨੇ ਬਿਨਾਂ ਕਿਸੇ ਆਧਾਰ ਦੇ, ਬਿਨਾਂ ਕਿਸੇ ਹਵਾਲੇ ਦੇ ਦਿੱਤਾ। ਉਸ ਤੋਂ ਬਾਅਦ ਰੌਲਾ ਪੈਣਾ ਸੁਭਾਵਿਕ ਸੀ ਅਤੇ ਇਸ ਤੋਂ ਬਾਅਦ ਜਦੋਂ ਰੌਲਾ ਪਿਆ ਤਾਂ ਗੁਰਦਾਸ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਮਾਫੀ ਮੰਗ ਲਈ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਕਿ ਜਦੋਂ ਗੁਰਦਾਸ ਮਾਨ ਨੇ ਇਸ ਤਰ੍ਹਾਂ ਇੱਕ ਵਿਵਾਦਿਤ ਬਿਆਨ ਦੇ ਕੇ ਆਲੋਚਨਾ ਸਹੇੜੀ ਹੋਵੇ। ਇਸ ਤੋਂ 2 ਸਾਲ ਪਹਿਲਾਂ ਤੁਹਾਨੂੰ ਯਾਦ ਹੋਣਾ, ਜਦੋਂ ਕੇਂਦਰ ਸਰਕਾਰ ਵੱਲੋਂ ਹਿੰਦੀ ਭਾਸ਼ਾ ਸੰਬੰਧੀ ਕੋਈ ਨੀਤੀ ਲਿਆਉਣ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਖੜ੍ਹਨ ਦੀ ਬਜਾਏ ਕੇਂਦਰ ਸਰਕਾਰ ਦੀ ਉਸ ਨੀਤੀ ਦੀ ਸਿੱਧੇ ਤੌਰ ਤੇ ਪਿੱਠ ਪੂਰੀ ਸੀ। ਅਤੇ ਉਸ ਤੋਂ ਬਾਅਦ ਗੁਰਦਾਸ ਮਾਨ ਦੇ ਉਸ ਬਿਆਨ ਉੱਤੇ ਵੀ ਕਾਫੀ ਰੌਲਾ ਪਿਆ ਸੀ, ਕਾਫੀ ਵਿਵਾਦ ਖੜਾ ਹੋਇਆ ਸੀ। ਅਤੇ ਜਦੋਂ ਪੰਜਾਬੀ ਪ੍ਰੇਮੀਆਂ ਨੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਸੀ ਤਾਂ ਤੁਹਾਨੂੰ ਯਾਦ ਹੋਣਾ, ਵਿਦੇਸ਼ ਵਿੱਚ ਇੱਕ ਸ਼ੋਅ ਕਰਦਿਆਂ ਗੁਰਦਾਸ ਮਾਨ ਨੇ ਵਿਰੋਧ ਕਰ ਰਹੇ ਪੰਜਾਬੀਆਂ ਨੂੰ ਹੀ ਬੜੀ ਭੱਦੀ ਸ਼ਬਦਾਵਲੀ ਨਾਲ ਸਟੇਜ ਤੋਂ ਸ਼ਰੇਆਮ ਸੰਬੋਧਨ ਕੀਤਾ ਸੀ ਤੇ ਗਾਲਾਂ ਕੱਢਣ ਵਰਗੀ ਭਾਸ਼ਾ ਵਰਤੀ ਸੀ। ਉਸ ਵੇਲੇ ਤਾਂ ਗੁਰਦਾਸ ਮਾਨ ਨੇ ਮਾਫੀ ਵੀ ਨਹੀਂ ਸੀ ਮੰਗੀ। ਬਹੁਤੇ ਪੰਜਾਬੀ ਪ੍ਰੇਮੀ ਇਹ ਸੋਚ ਕੇ ਹੈਰਾਨ ਵੀ ਆ ਤੇ ਪਰੇਸ਼ਾਨ ਵੀ ਆ ਕਿ ਸਾਰੀ ਉਮਰ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲੇ ਨਿਮਾਣੇ ਮਾਨ ਵਜੋਂ ਵਿਚਰਦੇ ਰਹੇ ਗੁਰਦਾਸ ਮਾਨ ਪਿਛਲੇ 2-4 ਸਾਲਾਂ ਦੌਰਾਨ ਅਚਾਨਕ ਇੰਨਾ ਕਿਵੇਂ ਬਦਲ ਗਏ, ਉਹਨਾਂ ਦੇ ਸੁਰ ਇੰਨੇ ਕਿਵੇਂ ਬਦਲੇ ਹੋਏ ਨੇ ਅਤੇ ਕਿਉਂ ਬਾਰ-ਬਾਰ ਉਹ ਵਾਦ ਵਿਵਾਦ ਖੜੇ ਕਰ ਰਹੇ, ਇਹਦੇ ਬਾਰੇ ਪੰਜਾਬ ਦੀ ਜਨਤਾ ਕਾਫੀ ਹੈਰਾਨ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਕਿਹਾ ਕਿ ਗੁਰਦਾਸ ਮਾਨ ਅਜਿਹੇ ਇਕੱਲੇ ਕਲਾਕਾਰ ਨਹੀਂ ਜੋ ਇਸ ਤਰ੍ਹਾਂ ਦੇ ਵਿਵਾਦ ਖੜੇ ਕਰਦੇ ਰਹੇ ਹੋਣ। ਸਿੱਧੂ ਮੂਸੇਵਾਲਾ ਨੇ ਵੀ ਇਸ ਤੋਂ ਪਹਿਲਾਂ ਆਪਣੇ ਇੱਕ ਗਾਣੇ ਵਿੱਚ, ਆਪਣੇ ਵੀਡੀਓ ਵਿੱਚ ਨਜ਼ਰ ਆ ਰਹੀ ਲੜਕੀ ਦੀ ਤੁਲਨਾ ਇੱਕ ਬਹੁਤ ਵੱਡੀ ਸਿੱਖ ਇਤਿਹਾਸਿਕ ਸ਼ਖਸੀਅਤ ਦੇ ਨਾਲ ਕਰ ਦਿੱਤੀ ਸੀ ਤੇ ਉਦੋਂ ਵੀ ਵਿਵਾਦ ਖੜਾ ਹੋਇਆ ਸੀ ਅਤੇ ਉਦੋਂ ਵੀ ਨਤੀਜਾ ਇਹੀ ਨਿਕਲਿਆ ਸੀ ਕਿ ਗਾਇਕ ਨੇ ਮਾਫੀ ਮੰਗ ਲਈ ਸੀ ਇੱਕ ਵੀਡੀਓ ਰਾਹੀਂ। ਪਰ ਹੁਣ ਇੱਥੇ ਇੱਕ ਚੀਜ਼ ਵੱਲ ਧਿਆਨ ਦਿਓ, ਬਹੁਤ ਨੋਟ ਕਰਨ ਵਾਲੀ ਗੱਲ ਹੈ ਕਿ ਗਾਇਕ ਪਹਿਲਾਂ ਤਾਂ ਅਜਿਹੇ ਪੁੱਠੇ ਸਿੱਧੇ ਬਿਆਨ ਦੇ ਦਿੰਦੇ ਨੇ, ਵਿਵਾਦ ਖੜਾ ਕਰ ਦਿੰਦੇ ਨੇ, ਪਰ ਜਦੋਂ ਰੌਲਾ ਪੈਂਦਾ ਤਾਂ ਮਾਫੀ ਮੰਗ ਲੈਂਦੇ ਨੇ। ਹੁਣ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰੌਲਾ ਪੈਂਦਾ ਤਾਂ ਮਾਫੀ ਮੰਗਦੇ ਆ, ਜੇ ਰੌਲਾ ਨਾ ਪਵੇ ਤਾਂ ਇਹਨਾਂ ਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਨਹੀਂ ਹੁੰਦਾ, ਕੋਈ ਅਫਸੋਸ ਨਹੀਂ ਹੁੰਦਾ, ਇਹ ਆਪਣੇ ਆਪ ਨੂੰ ਸਹੀ ਹੀ ਮੰਨਦੇ ਆ। ਜਦ ਤੱਕ ਲੋਕੀ ਰੌਲਾ ਨਹੀਂ ਪਾਉਂਦੇ ਇਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੁੰਦਾ ਅਤੇ ਰੌਲਾ ਪੈਣ ਤੋਂ ਬਾਅਦ ਫਿਰ ਇਹ ਮਾਫੀ ਮੰਗਣ ਲਈ ਮਜਬੂਰ ਹੁੰਦੇ ਨੇ। ਇੱਦਾਂ ਹੀ ਸਿੱਧੂ ਮੂਸੇਵਾਲੇ ਦੇ ਕੇਸ 'ਚ ਹੋਇਆ ਸੀ ਅਤੇ ਇੱਦਾਂ ਹੀ ਗੁਰਦਾਸ ਮਾਨ ਵਾਲੇ ਇਸ ਮਾਮਲੇ ਵਿੱਚ ਵੀ ਹੋਇਆ। ਹੁਣ ਇਸ ਪੂਰੀ ਮਾਨਸਿਕਤਾ ਦੇ ਪਿੱਛੇ, ਇਸ ਪੂਰੀ ਸਥਿਤੀ ਦੇ ਪਿੱਛੇ ਅਸਲੀ ਸਥਿਤੀ ਕੀ ਹੈ ਉਹਨੂੰ ਸਮਝਣ ਦੀ ਲੋੜ ਹੈ। ਅਜਿਹੇ ਵੱਡੇ ਨਾਮ ਵਾਲੇ ਗਾਇਕਾਂ ਨੂੰ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਹਾਸਲ ਜ਼ਰੂਰ ਹੁੰਦੀ ਹੈ, ਤਾਂ ਹੀ ਉਹ ਐਡਾ ਵੱਡਾ ਵਾਦ ਵਿਵਾਦ ਖੜਾ ਕਰਨ ਦਾ ਜਿਗਰਾ ਵਿਖਾ ਜਾਂਦੇ ਆ, ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਹਿੰਮਤ ਵਿਖਾ ਜਾਂਦੇ ਆ। ਵਾਦ ਵਿਵਾਦ ਖੜਾ ਕਰਨ ਵਾਲੇ ਗਾਇਕਾਂ ਅਤੇ ਕਲਾਕਾਰਾਂ ਨੂੰ ਕਿਸੇ ਨਾ ਕਿਸੇ ਦੀ ਸਰਪ੍ਰਸਤੀ ਜ਼ਰੂਰ ਹੁੰਦੀ ਹੈ, ਚਾਹੇ ਸਰਕਾਰ ਦੀ ਹੋਵੇ, ਪੁਲਿਸ ਪ੍ਰਸ਼ਾਸਨ, ਇਹ ਸਾਫ਼ ਜ਼ਾਹਿਰ ਹੈ। ਕਿਉਂਕਿ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ, ਸਾਰੀਆਂ ਸਰਕਾਰਾਂ ਇਹੋ ਜਿਹੇ ਵਿਵਾਦ ਪਸੰਦ ਕਰਦੀਆਂ ਨੇ ਜੋ ਲੋਕਾਂ ਦਾ ਧਿਆਨ ਭਟਕਾਈ ਰੱਖਣ, ਲੋਕਾਂ ਨੂੰ ਉਲਝਾਈ ਰੱਖਣ। ਨਹੀਂ ਤਾਂ ਤੁਸੀਂ ਆਪ ਵੇਖ ਲਓ ਕਿ ਗੁਰਦਾਸ ਮਾਨ ਦੇ ਬਾਰੇ ਪਹਿਲਾਂ ਵੀ ਅਜਿਹੇ ਵਿਵਾਦ ਲਗਾਤਾਰ ਉੱਠਦੇ ਰਹੇ ਨੇ। ਪੰਜਾਬੀ ਬੋਲੀ ਵਾਲਾ ਵਿਵਾਦ ਬਹੁਤ ਜ਼ਿਆਦਾ ਭਖਿਆ ਸੀ।
ਹੁਣ ਇਹ ਵਾਲਾ ਮੁੱਦਾ ਵੀ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਆ। ਲੋਕਡਾਊਨ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਆ। ਲੋਕਡਾਊਨ ਚੱਲਦਾ ਹੋਣ ਦੇ ਬਾਵਜੂਦ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਖੇਤਾਂ ਵਿੱਚ ਫਾਇਰਿੰਗ ਕਰਨ ਦੀ ਘਟਨਾ ਵੀ ਵਾਪਰੀ ਸੀ। ਇਸ ਤੋਂ ਇਲਾਵਾ ਧਾਰਮਿਕ ਭਾਵਨਾਵਾਂ ਭੜਕਾਉਣ ਵਾਲਾ ਉਹ ਗੀਤ ਬਣਾਉਣ ਦਾ ਮਾਮਲਾ ਵੀ ਦਰਜ ਹੋਇਆ ਸੀ, ਪਰ ਕਾਰਵਾਈ ਕਿਸੇ 'ਚ ਨਹੀਂ ਹੋਈ। ਉਲਟਾ ਸਿੱਧੂ ਮੂਸੇਵਾਲਾ ਨੇ ਜਦੋਂ ਕਰੋਨਾ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਨਵਾਂ ਸ਼ਹਿਰ ਦੇ ਬਜ਼ੁਰਗ ਗਿਆਨੀ ਬਲਦੇਵ ਸਿੰਘ ਨੂੰ ਕਰੋਨਾ ਦਾ ਜ਼ਿੰਮੇਵਾਰ ਦੱਸ ਕੇ ਮੈਂ ਗੁਰਬਖਸ਼ ਗਵਾਚਿਆ ਇਟਲੀ ਤੋਂ ਆਇਆ ਹਾਂ ਇਹ ਗੀਤ ਰਿਲੀਜ਼ ਕੀਤਾ ਸੀ ਅਤੇ ਉਸ ਬਜ਼ੁਰਗ ਨੂੰ ਇੱਕ ਤਰ੍ਹਾਂ ਨਾਲ ਕਰੋਨਾ ਲਈ ਜ਼ਿੰਮੇਵਾਰ ਦੱਸਦਿਆਂ ਬਦਨਾਮ ਹੀ ਕਰ ਛੱਡਿਆ ਸੀ। ਅਤੇ ਇਹ ਗੀਤ ਖੁਦ ਪੰਜਾਬ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ ਸੀ। ਹੁਣ ਤੁਸੀਂ ਆਪ ਵੇਖ ਲਓ ਕਿ ਜਿਹੜੇ ਗਾਇਕ ਦੇ ਖਿਲਾਫ ਮਾਮਲਾ ਦਰਜ ਹੋਵੇ ਉਹਦੇ ਗੀਤ ਪੰਜਾਬ ਪੁਲਿਸ ਦੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਹੁੰਦੇ ਰਹੇ ਹੋਣ ਤਾਂ ਅਜਿਹੇ ਵਿੱਚ ਤੁਸੀਂ ਸਾਰੀ ਸਥਿਤੀ ਦਾ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਅਜਿਹੇ ਗਾਇਕਾਂ ਤੇ ਕਲਾਕਾਰਾਂ ਨੂੰ ਸਰਪ੍ਰਸਤੀ ਮਿਲਦੀ ਹੈ। ਤਾਂ ਹੀ ਫਿਰ ਉਹ ਗੀਤ ਗਾ ਜਾਂਦੇ ਆ ਕਿ ਸਾਡਾ ਚੱਲਦਾ ਧੱਕਾ ਅਸੀਂ ਤਾਂ ਕਰਦੇ। ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੀ ਜਨਤਾ, ਸਾਡੀ ਵਧੇਰੀ ਜਨਤਾ ਹਾਲੇ ਵੀ ਇਹੋ ਜਿਹੇ ਗਾਇਕਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਚੱਲਦੀ ਹੈ। ਇਹਨਾਂ ਨੂੰ ਆਪਣਾ ਉਸਤਾਦ ਧਾਰੀ ਬੈਠੀ ਹੈ। ਇਹਨਾਂ ਦੇ ਬਾਰੇ ਕੋਈ ਲਫ਼ਜ਼ ਵਿਰੋਧ ਵਿੱਚ ਸੁਣ ਕੇ ਰਾਜ਼ੀ ਨਹੀਂ। ਜੇਕਰ ਹਾਲੇ ਵੀ ਲੋਕਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਤਾਂ ਜ਼ਰਾ ਕਿਸਾਨ ਅੰਦੋਲਨ ਵਾਲੀ ਸਥਿਤੀ ਨੂੰ ਇਹਦੇ ਨਾਲ ਜੋੜ ਕੇ ਵੇਖੋ, ਕਿਉਂਕਿ ਕਿਸਾਨ ਅੰਦੋਲਨ ਨੇ ਜਿੱਥੇ ਦੇਸ਼ ਵਿੱਚ ਬਹੁਤ ਸਾਰੇ ਲੋਕਾਂ ਦੀ ਅਸਲੀਅਤ ਜਗ ਜ਼ਾਹਰ ਕੀਤੀ ਹੈ, ਉੱਥੇ ਹੀ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਗਾਇਕਾਂ, ਕਲਾਕਾਰਾਂ ਅਤੇ ਐਕਟਰਾਂ ਇਹਨਾਂ ਦੀ ਅਸਲੀਅਤ ਵੀ ਖੋਲ੍ਹ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਕਿਸਾਨੀ ਅੰਦੋਲਨ ਜਦੋਂ ਸ਼ੁਰੂ ਹੋਇਆ ਸੀ, ਜਦੋਂ ਇਹਦੀ ਪੂਰੀ ਚਰਚਾ ਚੱਲ ਰਹੀ ਸੀ ਤਾਂ ਇੱਕ ਆਸ ਸਾਨੂੰ ਵੱਜੀ ਸੀ ਕਿ ਸ਼ਾਇਦ ਪੰਜਾਬੀ ਗਾਇਕ, ਕਲਾਕਾਰ ਅਤੇ ਐਕਟਰ ਸੁਧਰ ਰਹੇ ਲੱਗਦੇ ਨੇ, ਸ਼ਾਇਦ ਹੁਣੇ ਸੁਧਰ ਗਏ ਆ, ਸਹੀ ਰਾਹ ਉੱਤੇ ਆ ਗਏ ਆ, ਲੋਕ ਮੁੱਦਿਆਂ ਦੀ ਗੱਲ ਕਰਨ ਲੱਗ ਪਏ ਆ। ਪਰ ਇਹ ਸਿਰਫ ਭੁਲੇਖਾ ਹੀ ਸਾਬਤ ਹੋਇਆ। ਪੰਜਾਬੀ ਗਾਇਕ, ਕਲਾਕਾਰ ਅਤੇ ਐਕਟਰ ਸੁਧਰੇ ਨਹੀਂ। ਤੁਸੀਂ ਆਪ ਵੇਖੋ, ਜਦੋਂ ਕਿਸਾਨੀ ਅੰਦੋਲਨ ਪੂਰੇ ਜੋਬਨ ਉੱਤੇ ਸੀ, ਪੂਰੀ ਚਰਚਾ ਵਿੱਚ ਸੀ, ਹਰ ਪਾਸੇ ਕਿਸਾਨ ਅੰਦੋਲਨ ਹੀ ਛਾਇਆ ਹੋਇਆ ਸੀ, ਉਸ ਵੇਲੇ ਸਾਰੇ ਗਾਇਕ, ਕਲਾਕਾਰ, ਐਕਟਰ ਪੱਬਾਂ ਭਾਰ ਹੋ ਕੇ, ਅੱਡੀਆਂ ਚੁੱਕ ਕੇ ਕਿਸਾਨੀ ਧਰਨਿਆਂ ਵਿੱਚ ਜਾਂਦੇ ਸੀ, ਸ਼ਮੂਲੀਅਤ ਕਰਦੇ ਸੀ, ਸਟੇਜ ਤੋਂ ਗਰਮਾ ਗਰਮ ਭਾਸ਼ਣ ਕਰਦੇ ਸੀ, ਭਾਵੁਕ ਹੁੰਦੇ ਸੀ, ਰੋਂਦੇ ਸੀ ਅਤੇ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਗਾਇਕ ਬਾਅਦ 'ਚ ਹਾਂ, ਪਹਿਲਾਂ ਅਸੀਂ ਜ਼ਿਮੀਂਦਾਰ ਪਰਿਵਾਰਾਂ 'ਚੋਂ ਹਾਂ, ਪਹਿਲਾਂ ਅਸੀਂ ਕਿਸਾਨ ਹਾਂ, ਪਹਿਲਾਂ ਅਸੀਂ ਜ਼ਮੀਨਾਂ ਵਾਲੇ ਹਾਂ। ਪਰ ਹੁਣ ਇਹਨਾਂ 'ਚੋਂ ਕੋਈ ਵੀ ਕਿਸਾਨੀ ਸੰਘਰਸ਼ ਦੇ ਲਾਗੇ ਵੀ ਨਹੀਂ ਜਾ ਰਿਹਾ। 26 ਸਤੰਬਰ ਨੂੰ ਜਦੋਂ ਕਿਸਾਨ ਅੰਦੋਲਨ ਦੀ ਪਹਿਲੀ ਨੀਂਹ ਪੰਜਾਬ ਵਿੱਚ ਰੱਖੀ ਗਈ ਸੀ, ਜਦੋਂ ਅੰਦੋਲਨ ਸ਼ੁਰੂ ਹੋਇਆ, ਉਸ ਦਿਨ ਸਿੱਧੂ ਮੂਸੇਵਾਲਾ, ਅੰਮ੍ਰਿਤ ਮਾਨ ਅਤੇ ਆਰ ਨੈਤ ਇਹ ਟਰੈਕਟਰ ਲੈ ਕੇ ਵੱਡੇ ਹਜੂਮ ਦੇ ਨਾਲ ਨਿਕਲੇ ਸੀ। ਕਹਿੰਦੇ ਸੀ ਅਸੀਂ ਦਿੱਲੀ ਵੱਲ ਨੂੰ ਚੱਲੇ ਹਾਂ, ਪਰ ਇਹਨਾਂ ਦੇ ਟਰੈਕਟਰ ਦਿੱਲੀ ਪਹੁੰਚੇ ਨਹੀਂ, ਰਾਹ 'ਚ ਪਤਾ ਨਹੀਂ ਕਿੱਥੇ ਰਹਿ ਗਏ। ਸਿਰਫ ਇਹੀ ਗਾਇਕ ਨਹੀਂ, ਬਾਕੀ ਸਾਰੇ ਗਾਇਕ, ਕਲਾਕਾਰ, ਐਕਟਰ ਇਹ ਵੀ ਜਦੋਂ ਕਿਸਾਨੀ ਸੰਘਰਸ਼ ਪੂਰੇ ਸਿਖਰਾਂ ਉੱਤੇ ਸੀ ਤਾਂ ਇਹ ਕਿਸਾਨੀ ਸੰਘਰਸ਼ ਦੇ ਬਾਰੇ ਲਗਾਤਾਰ ਇੱਕ ਤੋਂ ਬਾਅਦ ਇੱਕ ਗੀਤ ਬਣਾ ਰਹੇ ਸੀ। ਕਹਿੰਦੇ ਸੀ ਅਸੀਂ ਕੁਰਬਾਨੀ ਦੇਣ ਨੂੰ ਵੀ ਤਿਆਰ ਹਾਂ, ਧਰਨਿਆਂ 'ਚ ਮੋਹਰੇ ਹੋਵਾਂਗੇ, ਜਿੱਥੇ ਬੁਲਾਓਗੇ ਉੱਥੇ ਪਹੁੰਚਾਂਗੇ। ਹੋਰ ਤਾਂ ਹੋਰ ਦਿੱਲੀ ਨੂੰ ਚੈਲੰਜ ਕਰਦੇ ਸੀ, ਦਿੱਲੀ ਨੂੰ ਵੰਗਾਰਨ ਦੇ ਗੀਤ ਬੜੇ ਇਹਨਾਂ ਨੇ ਬਣਾਏ। ਪਰ ਹੁਣ ਕਿਸੇ ਨੂੰ ਵੀ ਕਿਸਾਨੀ ਸੰਘਰਸ਼ ਦਾ ਚੇਤਾ ਹੀ ਨਹੀਂ। ਹੁਣ ਇਹ ਦਿੱਲੀ ਨੂੰ ਆਪਣਾ ਦੋਸਤ ਮੰਨ ਕੇ ਬੈਠ ਗਏ ਆ। ਸਿਰਫ ਸਾਡੇ ਗਾਇਕ ਹੀ ਨਹੀਂ, ਸਾਡੀਆਂ ਗਾਇਕਾਵਾਂ ਇਹ ਵੀ ਘੱਟ ਨਹੀਂ। ਪੰਜਾਬ ਦੀਆਂ ਸਾਰੀਆਂ ਲੇਡੀ ਸਿੰਗਰਸ, ਗਾਇਕਾਵਾਂ ਇਹ ਵੀ ਉਨੀ ਦਿਨੀ ਲਗਾਤਾਰ ਦਿੱਲੀ ਵਿਖੇ ਜਾ ਕੇ ਸਿੰਘੂ ਬਾਰਡਰ ਤੇ ਹੋਰਨਾਂ ਥਾਵਾਂ 'ਤੇ ਲੰਗਰ ਪਕਾ ਕੇ ਆਪਣੀਆਂ ਫੋਟੋ ਖਿਚਵਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦੀਆਂ ਸੀ। ਲੰਗਰ ਦੀ ਸੇਵਾ ਸਾਰੀ ਖਾਲਸਾ ਏਡ ਅਤੇ ਹੋਰ ਜਥੇਬੰਦੀਆਂ ਕਰ ਰਹੀਆਂ ਹੁੰਦੀਆਂ ਸੀ, ਪਰ ਇਹ ਬਦੋ-ਬਦੀ ਉਹਨਾਂ ਦੀਆਂ ਜੈਕਟਾਂ ਪਾ ਕੇ ਮੂਹਰੇ ਖੜੇ ਹੋ ਕੇ 2-4 ਜਣਿਆਂ ਨੂੰ ਲੰਗਰ ਫੜਾ ਕੇ ਫੋਟੋਆਂ ਖਿਚਵਾ ਕੇ ਫੇਸਬੁੱਕ ਉੱਤੇ ਪਾ ਕੇ, ਇੰਸਟਾਗ੍ਰਾਮ ਉੱਤੇ ਪਾ ਕੇ ਬੱਲੇ-ਬੱਲੇ ਕਰਵਾ ਲੈਂਦੇ ਸੀ ਕਿ ਅਸੀਂ ਆਪਣਾ ਬਹੁਤ ਵੱਡਾ ਯੋਗਦਾਨ ਕਿਸਾਨੀ ਸੰਘਰਸ਼ ਵਿੱਚ ਪਾ ਕੇ ਆਏ ਹਾਂ। 15 ਮਿੰਟ ਦੀ ਹਾਜ਼ਰੀ ਲਵਾ ਕੇ ਇਹ ਆਪਣੇ ਆਪ ਨੂੰ ਸੁਰਖਰੂ ਹੋ ਜਾਂਦੇ ਸੀ ਉਸ ਵੇਲੇ। ਅਤੇ ਇਹ ਵੀ ਉਦੋਂ ਇਸ ਕਰਕੇ ਕਰ ਰਹੀਆਂ ਸੀ ਕਿਉਂਕਿ ਉਸ ਵੇਲੇ ਕਿਸਾਨੀ ਸੰਘਰਸ਼ ਦੀ ਪੂਰੀ ਚਰਚਾ ਸੀ। ਹਰ ਗਾਇਕ ਅਤੇ ਗਾਇਕਾ ਇਸੇ ਚੱਕਰ ਵਿੱਚ ਸੀ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਸਾਰੇ ਕਿਸਾਨੀ ਸੰਘਰਸ਼ ਵਿੱਚ ਜਾ ਰਹੇ ਆ, ਅਸੀਂ ਵੀ ਜਾ ਕੇ ਹਾਜ਼ਰੀ ਜ਼ਰੂਰ ਲਵਾਈਏ। ਪੰਜਾਬ ਦੀਆਂ ਕਿੰਨੀਆਂ ਸਿੰਗਰਸ, ਗਾਇਕਾਵਾਂ ਤੁਸੀਂ ਵੇਖੀਆਂ ਉਹਨਾਂ ਦਿਨਾਂ ਦੌਰਾਨ ਕਿਸਾਨੀ ਸੰਘਰਸ਼ ਵਿੱਚ ਜਾ ਕੇ ਰੋ ਕੇ ਵੀ ਆਈਆਂ, ਭੁੰਜੇ ਬੈਠੀਆਂ, ਲੰਗਰ ਪਕਾਉਂਦੀਆਂ ਨਜ਼ਰ ਆਉਂਦੀਆਂ ਸੀ, ਪਰ ਹੁਣ ਉਹ ਕਿਸਾਨੀ ਸੰਘਰਸ਼ ਦੇ ਲਾਗੇ ਵੀ ਨਹੀਂ ਜਾ ਰਹੀਆਂ। ਹੁਣ ਇਹ ਆਪੋ ਆਪਣੇ ਗਾਣੇ ਬਣਾ ਕੇ ਪਹਿਲਾਂ ਵਾਲੇ ਰੂਪ ਵਿੱਚ ਆ ਚੁੱਕੀਆਂ, ਆਪਣੇ ਆਪ ਨੂੰ ਫੇਸਬੁੱਕ ਰੀਲਸ ਵਾਇਰਲ ਕਰ ਰਹੀਆਂ ਨੇ ਅਤੇ ਕਿਸਾਨੀ ਸੰਘਰਸ਼ ਦਾ ਹੁਣ ਇਹਨਾਂ ਨੂੰ ਚੇਤਾ ਵੀ ਨਹੀਂ। ਜਿਹੜੇ ਗਾਇਕ ਕਿਸਾਨੀ ਸੰਘਰਸ਼ ਵਿੱਚ ਭਾਸ਼ਣ ਕਰਦੇ ਸੀ ਉਹੀ ਹੁਣ ਗੋਦੀ ਮੀਡੀਆ ਦੇ ਚੈਨਲਾਂ ਉੱਤੇ ਬੈਠੇ ਨਜ਼ਰ ਆ ਰਹੇ ਆ। ਹਿੰਦੀ ਫਿਲਮਾਂ ਦੇ ਜਿਹੜੇ ਕਲਾਕਾਰ ਕਿਸਾਨੀ ਸੰਘਰਸ਼ ਦੇ ਖਿਲਾਫ ਖੜੇ ਰਹੇ ਨੇ ਉਹਨਾਂ ਦੇ ਨਾਲ ਹੁਣ ਜਾ ਕੇ ਫਿਲਮਾਂ ਵੀ
ਕਰਦੇ ਨਜ਼ਰ ਆ ਰਹੇ ਨੇ। ਹੁਣ ਇੱਥੇ ਇਹਨਾਂ ਗਾਇਕਾਂ ਕਲਾਕਾਰਾਂ ਦੇ ਫੈਨਸ ਇਹ ਜ਼ਰੂਰ ਕਹਿਣਗੇ ਕਿ ਤੁਸੀਂ ਸਾਡੇ ਉਸਤਾਦ ਜੀ ਜਾਂ ਸਾਡੇ ਮਨਪਸੰਦ ਗਾਇਕ ਦੀ ਆਲੋਚਨਾ ਕਰ ਰਹੇ ਆ, ਉਹ ਹੁਣ ਸਾਰੀ ਉਮਰ ਕਿਸਾਨੀ ਸੰਘਰਸ਼ 'ਚ ਥੋੜ੍ਹੀ ਬੈਠੇ ਰਹਿਣਗੇ, ਉਹਨਾਂ ਨੇ ਆਪਣੇ ਗਾਣੇ ਵੀ ਬਣਾਉਣੇ ਆ। ਗਾਣੇ ਬਣਾਉਣ, ਜੀ ਸਦਕੇ ਬਣਾਉਣ, ਪਰ ਕਦੀ ਤਾਂ ਮਹੀਨੇ 'ਚ ਇੱਕ ਅੱਧੀ ਵਾਰੀ ਤਾਂ ਕਿਸਾਨੀ ਸੰਘਰਸ਼ ਦਾ ਚੇਤਾ ਕਰ ਲੈਣ ਦੁਬਾਰਾ, ਜਿਹਨੂੰ ਉਸ ਵੇਲੇ ਤੁਸੀਂ ਬਹੁਤ ਵੱਡਾ ਮੁੱਦਾ ਬਣਾਇਆ ਸੀ, ਉਹਦੇ ਬਾਰੇ ਹੁਣ ਗੱਲ ਕਿਉਂ ਨਹੀਂ ਕਰਦੇ। ਕਦੀ ਕਦਾਈ ਇੱਕ ਅੱਧਾ ਟਵੀਟ, ਇੱਕ ਅੱਧੀ ਪੋਸਟ ਵੀ ਨਜ਼ਰ ਨਹੀਂ ਆ ਰਹੀ। ਅਜਿਹਾ ਕਿਉਂ? ਇਹ ਤੁਹਾਨੂੰ ਆਪੋ ਆਪਣੇ ਗਾਇਕਾਂ ਤੋਂ ਪੁੱਛਣਾ ਚਾਹੀਦਾ ਜਿਨ੍ਹਾਂ ਨੂੰ ਤੁਸੀਂ ਲੱਖਾਂ ਦੀ ਤਾਦਾਦ ਵਿੱਚ ਫੋਲੋ ਕਰਦੇ ਹੋ। ਦਰਅਸਲ ਹੁਣ ਤੁਹਾਨੂੰ ਇਹਨਾਂ ਗਾਇਕਾਂ, ਕਲਾਕਾਰਾਂ ਤੇ ਐਕਟਰਾਂ ਦੀ ਅਸਲੀਅਤ ਪਛਾਣ ਲੈਣੀ ਚਾਹੀਦੀ ਹੈ ਕਿ ਇਹਨਾਂ ਦਾ ਨਾ ਕੋਈ ਧਰਮ ਹੁੰਦਾ ਹੈ, ਨਾ ਕੋਈ ਜਾਤ, ਨਾ ਦੀਨ, ਨਾ ਈਮਾਨ। ਇਹਨਾਂ ਲਈ ਸਿਰਫ ਪ੍ਰਸਿੱਧੀ ਅਤੇ ਸ਼ੋਹਰਤ ਹੀ ਮਾਇਨੇ ਰੱਖਦੀ ਹੈ। ਜਿੱਥੇ ਵੀ ਇਹ ਚੀਜ਼ਾਂ ਮਿਲਣਗੀਆਂ ਇਹ ਉੱਥੇ ਪਹੁੰਚ ਜਾਣਗੇ, ਚਾਹੇ ਉਹਦੇ ਲਈ ਕੋਈ ਵਾਦ ਵਿਵਾਦ ਹੀ ਖੜਾ ਕਿਉਂ ਨਾ ਕਰਨਾ ਪਵੇ, ਜਿਵੇਂ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲਾ ਅਕਸਰ ਕਰਦੇ ਨਜ਼ਰ ਆ ਰਹੇ ਨੇ। ਇੱਕ ਗੱਲ ਦਾ ਹੋਰ ਜ਼ਰੂਰ ਚੇਤਾ ਰੱਖਿਓ ਕਿ ਪੰਜਾਬੀ ਗਾਇਕ ਅਤੇ ਗੀਤਕਾਰ ਅੱਜ ਕੱਲ੍ਹ ਇਹਨਾਂ ਨੇ ਇੱਕ ਨਵਾਂ ਟ੍ਰੈਂਡ ਵੀ ਸ਼ੁਰੂ ਕੀਤਾ ਹੋਇਆ ਹੈ। ਇਹ ਪੰਜਾਬ ਨੂੰ ਵੱਖ-ਵੱਖ ਹਿੱਸਿਆਂ ਵਿੱਚ ਵੰਡ ਕੇ ਇੱਕ ਨਵਾਂ ਹੀ ਰੁਝਾਨ ਖੜਾ ਕਰ ਰਹੇ ਆ। ਅਸੀਂ ਮਾਝੇ ਵਾਲੇ, ਅਸੀਂ ਮਾਲਵੇ ਵਾਲੇ, ਅਸੀਂ ਦੁਆਬੇ ਵਾਲੇ। ਪੰਜਾਬ ਪਹਿਲਾਂ ਹੀ ਬਹੁਤ ਸਾਰੀਆਂ ਮੁਸ਼ਕਲਾਂ 'ਚ ਘਿਰਿਆ ਹੋਇਆ ਅਤੇ ਇਹ ਸਾਡੇ ਪੰਜਾਬੀ ਗਾਇਕ ਅਤੇ ਗੀਤਕਾਰ ਸਾਨੂੰ ਪੰਜਾਬੀਆਂ ਨੂੰ ਵੀ ਆਪਸ 'ਚ ਵੰਡੀ ਜਾਂਦੇ ਆ। ਕੋਈ ਕਹਿੰਦਾ ਮਾਝੇ ਵਾਲੇ ਬਹੁਤ ਵਧੀਆ, ਕੋਈ ਕਹਿੰਦਾ ਮਾਲਵੇ ਵਾਲੇ ਬਹੁਤ ਵਧੀਆ, ਕੋਈ ਕਹਿੰਦਾ ਦੁਆਬੇ ਵਾਲਿਆਂ ਦਾ ਕੋਈ ਸਾਨੀ ਨਹੀਂ। ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ। ਇਹ ਸਾਡੀ ਮਾਨਸਿਕਤਾ ਨੂੰ ਲਗਾਤਾਰ ਖਰਾਬ ਕਰ ਰਹੇ ਨੇ। ਹਥਿਆਰਾਂ ਬਾਰੇ ਅਤੇ ਹੋਰ ਭੜਕਾਊ ਗੀਤਾਂ ਬਾਰੇ ਤਾਂ ਪਹਿਲਾਂ ਹੀ ਬਹੁਤ ਚਰਚਾ ਹੋ ਚੁੱਕੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ। ਸੋ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਗਾਇਕਾਂ ਨੂੰ ਸੁਣੋ। ਸੁਣਨ ਵਿੱਚ ਕੋਈ ਮਾੜੀ ਗੱਲ ਨਹੀਂ, ਕਿਸੇ ਦਾ ਫੈਨ ਬਣਨਾ ਕੋਈ ਮਾੜੀ ਗੱਲ ਨਹੀਂ, ਪਰ ਭੇਡਾਂ ਬਣ ਕੇ ਕਿਸੇ ਦੇ ਮਗਰ ਲੱਗਣਾ ਬਹੁਤ ਮਾੜੀ ਗੱਲ ਹੀ ਕਹੀ ਜਾਊਗੀ, ਉਹ ਵੀ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਸੋ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਆਪਣਾ ਪਸੰਦੀਦਾ ਗਾਇਕ ਚੁਣਨ ਦਾ ਹੱਕ ਸਭ ਨੂੰ ਹੈ, ਪਰ ਇਹ ਜ਼ਰੂਰ ਵੇਖੋ ਕਿ ਸਾਡੇ ਪਸੰਦੀਦਾ ਗਾਇਕ ਦਾ ਕਿਰਦਾਰ ਕਿਹੋ ਜਿਹਾ ਹੈ। ਚੰਗਾ ਗਾਇਕ ਉਹ ਹੁੰਦਾ ਹੈ ਜੋ ਵਿਵਾਦ ਖੜਾ ਨਾ ਕਰੇ, ਜੋ ਚੁੱਪਚਾਪ ਗਾਇਕੀ ਕਰੇ ਅਤੇ ਚਰਚਾ ਉਹਦੀ ਗਾਇਕੀ ਦੀ ਹੋਵੇ, ਨਾ ਕਿ ਉਹਦੇ ਪੁੱਠੇ ਸਿੱਧੇ ਬਿਆਨਾਂ ਦੀ, ਨਾ ਉਹਦੇ ਪੁੱਠੇ ਸਿੱਧੇ ਗੀਤ ਦੇ ਬੋਲਾਂ ਦੀ। ਇਹੋ ਜਿਹੇ ਗਾਇਕਾਂ ਨੂੰ ਸਿਰੇ ਨਾ ਚੜਾਓ। ਇਹਨਾਂ ਦੇ ਲੱਖਾਂ ਕਰੋੜਾਂ ਫੋਲੋਵਰ ਨੇ, ਪਰ ਇੱਕ ਗੱਲ ਦਾ ਯਕੀਨ ਮੰਨਿਓ, ਜਿੱਦਣ 1000 ਲੋਕ ਵੀ ਸਮਝਦਾਰ ਹੋ ਕੇ ਇਹਨਾਂ ਦੀ ਫੋਲੋਇੰਗ ਤੋਂ ਪਿੱਛੇ ਹਟ ਗਏ ਤਾਂ ਇਹਨਾਂ ਨੂੰ ਇਹਦਾ ਸੇਕ ਲੱਗਣਾ, ਤਾਂ ਇਹ ਆਪਣੇ ਆਪ ਨੂੰ ਸੁਧਾਰਨ ਉੱਤੇ ਮਜਬੂਰ ਹੋਣਗੇ। ਜਦ ਤੱਕ ਲੋਕ ਨਹੀਂ ਜਾਗਦੇ, ਇਹੋ ਜਿਹੇ ਗਾਇਕਾਂ ਨੇ ਇਸੇ ਤਰ੍ਹਾਂ ਲੋਕਾਂ ਨੂੰ ਬੁੱਧੂ ਬਣਾਈ ਜਾਣਾ, ਕਿਉਂਕਿ ਲੋਕਾਂ ਦੇ ਸਿਰ ਤੇ ਉੱਤੇ ਹੀ ਇਹ ਸਟਾਰ ਬਣੇ ਨੇ, ਲੋਕਾਂ ਦੇ ਸਿਰ ਉੱਤੇ ਹੀ ਪ੍ਰਸਿੱਧੀ ਅਤੇ ਸ਼ੋਹਰਤ ਹਾਸਲ ਕੀਤੀ ਹੈ। ਸੋ ਇਹਨਾਂ ਨੂੰ ਸਹੀ ਰਾਹ ਉੱਤੇ ਵੀ ਸਿਰਫ ਲੋਕ ਹੀ ਲਿਆ ਸਕਦੇ ਨੇ ਅਤੇ ਲੋਕ ਜਾਗਰੂਕ ਹੋ ਕੇ ਹੀ ਅਜਿਹਾ ਕਰ ਸਕਣਗੇ। ਆਸ ਹੈ ਕਿ ਸਾਡੇ ਪੰਜਾਬ ਦੇ ਲੋਕ ਛੇਤੀ ਜਾਗਰੂਕ ਹੋਣਗੇ ਅਤੇ ਆਪਣੇ ਇਹਨਾਂ ਕਲਾਕਾਰਾਂ, ਗਾਇਕਾਂ ਅਤੇ ਗਾਇਕਾਵਾਂ ਦੀ ਅਸਲੀਅਤ ਨੂੰ ਪਛਾਣਨਗੇ। ਬਹੁਤ ਜ਼ਰੂਰੀ ਸੀ ਅੱਜ ਦਾ ਇਹ ਵਿਸ਼ਾ ਅਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਇਹ ਪ੍ਰੋਗਰਾਮ ਬਣਾ ਕੇ ਤੁਹਾਡੇ ਲਈ ਲਿਆਂਦਾ ਹੈ। ਇਸ ਸੰਬੰਧੀ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ, ਕੀ ਕਹਿਣਾ ਚਾਹੁੰਦੇ ਹੋ, ਹੇਠਾਂ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ। ਐਪੀਸੋਡ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ, ਹੋਰਨਾਂ ਲੋਕਾਂ ਤੱਕ ਵੀ ਜ਼ਰੂਰ ਸਾਂਝਾ ਕਰਿਓ, ਖਾਸ ਤੌਰ ਤੇ ਇਹਨਾਂ ਗਾਇਕਾਂ ਦੇ ਫੈਨਸ ਦੇ ਨਾਲ ਤਾਂ ਜ਼ਰੂਰ ਸਾਂਝਾ ਕਰਿਓ। ਅੱਜ ਦਾ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।